Welcome to the lecture of Engineering Workshop Technology 3. My name is Amit Verma from Mechanical Department. So ਅੱਜ ਜੋ ਆਪਾਂ ਵਰਕਸ਼ਾਪ ਟੈਕਨੋਲੋਜੀ 3 ਦੇ ਵਿੱਚ ਆਪਾਂ ਅਲਟਰਾਸੋਨਿਕ ਮਸ਼ੀਨਿੰਗ ਦੇ ਬਾਰੇ ਗੱਲ ਕਰਾਂਗੇ। ਇਹਦੇ ਪ੍ਰੋਸੈਸ ਐਂਡ ਵਰਕਿੰਗ ਦੇ ਬਾਰੇ ਗੱਲ ਕਰਾਂਗੇ। ਅਲਟਰਾਸੋਨਿਕ ਮਸ਼ੀਨਿੰਗ ਕੀ ਹੁੰਦੀ ਹੈ? ਅਲਟਰਾਸੋਨਿਕ ਮਸ਼ੀਨਿੰਗ ਇੱਕ ਐਡਵਾਂਸ ਮਸ਼ੀਨਿੰਗ ਪ੍ਰੋਸੈਸ ਹੈ ਜਿਸ ਦੇ ਵਿੱਚ ਕੀ ਹੁੰਦਾ ਆ, ਵਾਈਬ੍ਰੇਸ਼ਨ ਦੇ ਦੁਆਰਾ ਆਪਾਂ ਮਟੀਰੀਅਲ ਨੂੰ ਰਿਮੂਵ ਕਰਦੇ ਹਾਂ। ਚਲੋ ਆਓ ਆਪਾਂ ਪ੍ਰਿੰਸੀਪਲ ਦੇਖੀਏ ਤਾਂ ਅਲਟਰਾਸੋਨਿਕ ਮਸ਼ੀਨਿੰਗ ਇਜ਼ ਮਕੈਨੀਕਲ ਮਸ਼ੀਨਿੰਗ ਮੈਥਡ. The other mechanical machining method is abrasive jet machining. Waves are generated using magnetostatic effect which are further converted into mechanical vibration. So ultrasonic machining ਦੇ ਵਿੱਚ ਆਪਾਂ ਅਲਟਰਾਸੋਨਿਕ ਮਸ਼ੀਨਿੰਗ ਦਾ ਜੋ ਮੇਨ ਪ੍ਰਿੰਸੀਪਲ ਆ ਉਹ ਟਿਕਿਆ ਹੈ ਮੈਗਨੈਟੋਸਟੈਟਿਕ ਇਫੈਕਟਸ ਦੇ ਉੱਪਰ, ਠੀਕ ਹੈ। ਸੋ ਮੈਗਨੈਟੋਸਟੈਟਿਕ ਇਫੈਕਟਸ ਜਿਹੜੇ ਹੁੰਦੇ ਆ ਜੋ ਕਿ ਇੱਕ ਹਾਈ ਫ੍ਰੀਕੁਐਂਸੀ ਨੂੰ ਮਕੈਨੀਕਲ ਵਾਈਬ੍ਰੇਸ਼ਨ ਦੇ ਵਿੱਚ ਕਨਵਰਟ ਕਰ ਦਿੰਦੇ ਆ, ਉਸ ਨੂੰ ਕਹਿੰਦੇ ਆ ਮੈਗਨੈਟੋਸਟੈਟਿਕ ਇਫੈਕਟਸ। ਸੋ ਉਸ ਮਕੈਨੀਕਲ ਵਾਈਬ੍ਰੇਸ਼ਨ ਨੂੰ ਆਪਾਂ ਇਸ ਮਸ਼ੀਨਿੰਗ ਦੇ ਰੂਪ ਵਿੱਚ ਯੂਜ਼ ਕਰਦੇ ਹਾਂ। No heat is generated in the process and the tool vibrates longitudinally at 20 to 30 kilohertz with an amplitude between 0.01 to 0.06 mm. So ਇਸ ਮਸ਼ੀਨਿੰਗ ਪ੍ਰੋਸੈਸ ਦੇ ਵਿੱਚ ਟੂਲ ਐਂਡ ਵਰਕਪੀਸ ਵਿੱਚ ਕੋਈ ਵੀ ਹੀਟ ਜਨਰੇਟ ਨਹੀਂ ਹੁੰਦੀ। ਤੋ ਜੋ ਟੂਲ ਹੁੰਦਾ ਆ ਉਹ ਵਾਈਬਰੇਟ ਕਰਦਾ ਆ 20 to 30 ਕਿਲੋਹਰਟਜ਼ ਦੇ ਬਿਟਵੀਨ, ਜਿਸ ਦੇ ਦੁਆਰਾ ਕੀ ਹੁੰਦਾ ਆ ਮਟੀਰੀਅਲ ਰਿਮੂਵ ਹੁੰਦਾ ਆ। ਸੋ ਐਂਪਲੀਟਿਊਡ ਦੀ ਜਿਹੜੀ ਹੁੰਦੀ ਆ ਫ੍ਰੀਕੁਐਂਸੀ ਉਹ ਹੁੰਦੀ ਆ 0.01 to 0.06 ਦੇ ਬਿਟਵੀਨ ਐਮ ਹੁੰਦੀ ਆ। ਸੋ ਜਿੱਦਾਂ ਦਾ ਆਪਾਂ ਨੂੰ ਦੀ ਟੂਲ ਹੈਜ਼ ਦੀ ਸੇਮ ਸ਼ੇਪ ਐਜ਼ ਦੀ ਕੈਵਿਟੀ ਟੂ ਬੀ ਮਸ਼ੀਨ। ਸੋ ਜਿੱਦਾਂ ਦਾ ਆਪਣਾ ਟੂਲ ਹੋਏਗਾ, ਟੂਲ ਦੀ ਸ਼ੇਪ ਹੋਏਗੀ, ਉੱਦਾਂ ਦੀ ਮਸ਼ੀਨਿੰਗ ਹੋਏਗੀ, ਉੱਦਾਂ ਦੀ ਕੈਵਿਟੀ ਬਣੇਗੀ। Next है parts of ultrasonic machining. So what are the parts? Which are the parts of ultrasonic machining? So types of ਕਿਹੜੇ parts ਆ? First ਹੈਗਾ power supply, second है electromechanical transducer, velocity transformer, abrasive slurry and abrasive gun. ਸੋ ਇਸ ਦੇ ਵਿੱਚ ਇੱਕ ਪਾਵਰ ਸਪਲਾਈ ਦਿੱਤੀ ਆ। ਪਾਵਰ ਸਪਲਾਈ ਦਾ ਮੇਨ ਕੰਮ ਇਲੈਕਟ੍ਰੀਸਿਟੀ ਨੂੰ ਪ੍ਰੋਵਾਈਡ ਕਰਨਾ ਐਂਡ ਇਲੈਕਟ੍ਰੋਮੈਕੈਨੀਕਲ ਟਰਾਂਸਡਿਊਸਰ ਲੱਗਾ ਹੋਇਆ। ਇਸ ਦਾ ਕੰਮ ਹੁੰਦਾ ਆ ਕਿ ਹਾਈ ਫ੍ਰੀਕੁਐਂਸੀ ਨੂੰ ਮਕੈਨੀਕਲ ਵਾਈਬ੍ਰੇਸ਼ਨ ਦੇ ਵਿੱਚ ਕਨਵਰਟ ਕਰ ਦੇਣਾ। ਨੈਕਸਟ ਹੈ ਵੈਲੋਸਿਟੀ ਟਰਾਂਸਫਾਰਮਰ, ਨੈਕਸਟ ਹੈ ਅਬਰੈਸਿਵ ਸਲਰੀ। ਸੋ ਇਸ ਦੇ ਵਿੱਚ ਸਭ ਤੋਂ ਮੇਨ ਚੀਜ਼ ਆ, ਜਦੋਂ ਵੀ ਟੂਲ ਵਾਈਬਰੇਟ ਹੁੰਦਾ ਹੈ ਉਸ ਦੇ ਨਾਲ ਇੱਕ ਅਬਰੈਸਿਵ ਸਲਰੀ ਨੂੰ ਫਲੋ ਕੀਤਾ ਜਾਂਦਾ ਆ, ਜਿਸ ਦੇ ਦੁਆਰਾ ਕੀ ਹੁੰਦਾ ਆ ਮੈਟਲ ਰਿਮੂਵ ਹੁੰਦਾ ਆ। ਨੈਕਸਟ ਹੈ ਦੀ ਡਾਇਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਜੋ ਮੇਨ ਚੀਜ਼ ਆਉਂਦੀ ਆ ਉਹ ਆਉਂਦੀ ਆ ਫਿਕਸਚਰ, ਠੀਕ ਹੈ। ਫਿਕਸਚਰ ਲੱਗਾ ਹੋਇਆ, ਫਿਕਸਚਰ ਦੇ ਵਿੱਚ ਕੀ ਹੈ ਵਰਕ ਪੀਸ ਨੂੰ ਫਿਕਸ ਕੀਤਾ ਗਿਆ। ਸੋ ਇਹਦੇ ਕਿਹੜੇ ਪਾਰਟਸ ਆ? ਇੱਕ ਹੈਗਾ ਆ ਹਾਈ ਫ੍ਰੀਕੁਐਂਸੀ ਓਸੀਲੇਟਰ। ਜੋ ਆਪਾਂ ਹਾਈ ਫ੍ਰੀਕੁਐਂਸੀ ਓਸੀਲੇਟਰ ਯੂਜ਼ ਕਰਦੇ ਹਾਂ, ਇਸ ਦੇ ਵਿੱਚ ਇਸ ਦੀ ਜੋ ਫ੍ਰੀਕੁਐਂਸੀ ਹੁੰਦੀ ਆ ਉਹ ਓਸੀਲੇਸ਼ਨ ਦੀ ਜੋ ਵੈਲਿਊ ਹੁੰਦੀ ਆ 20,000 ਤੋਂ ਉੱਪਰ ਹੁੰਦੀ ਆ, ਜਿਸ ਦਾ 20,000 ਤੋਂ ਉੱਪਰ ਹੋਣ ਦੇ ਨਾਲ ਆਪਾਂ ਨੂੰ ਇਸ ਓਸੀਲੇਸ਼ਨ ਦੀ ਜਿਹੜੀ ਫ੍ਰੀਕੁਐਂਸੀ ਸੁਣਦੀ ਨਹੀਂ, ਕਿਉਂਕਿ ਇਹ ਇੱਕ ਸਾਇਲੈਂਟ ਪ੍ਰੋਸੈਸ ਹੁੰਦਾ ਆ ਜਿਸ ਨੂੰ ਆਪਾਂ ਅਲਟਰਾਸੋਨਿਕ ਤਾਂ ਹੀ ਨਾਮ ਦਿੱਤਾ ਗਿਆ ਕਿਉਂਕਿ ਅਲਟਰਾਸੋਨਿਕ ਕਿਉਂਕਿ ਜਿਹੜੀ ਉਸ ਦੀ ਓਸੀਲੇਸ਼ਨ ਆ 20,000 ਅਬਵ ਹੁੰਦੀ ਆ। ਸੋ ਉਸ ਨੂੰ ਤਾਂ ਹੀ ਨਾਂ ਦਿੱਤਾ ਗਿਆ ਅਲਟਰਾਸੋਨਿਕ ਮਸ਼ੀਨਿੰਗ, ਜੋ ਕਿ ਆਪਣੇ ਹਿਊਮਨ ਈਅਰ ਨੂੰ ਈਜ਼ੀਲੀ ਸੁਣਾਈ ਨਹੀਂ ਦਿੰਦੀ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ
ਨੈਕਸਟ ਕੀ ਆਉਂਦਾ ਹੈ ਹੌਰਨ ਕੀ ਕਰਦਾ ਆ, ਜਿਹੜੀ ਮਕੈਨੀਕਲ ਵਾਈਬ੍ਰੇਸ਼ਨ ਨੂੰ ਆ ਉਹ ਕੰਸਨਟਰੇਟ ਕਰਦਾ ਹੈ ਟੂਲ ਦੇ ਉੱਪਰ, ਠੀਕ ਹੈ। ਸੋ ਟਰਾਂਸਡਿਊਸਰ ਲੱਗਾ ਹੋਇਆ, ਟਰਾਂਸਡਿਊਸਰ ਦਾ ਕੰਮ ਕੀ ਹੁੰਦਾ ਹੈ, ਜੋ ਔਸੀਲੇਸ਼ਨ ਹੋਣ ਡਈ ਆ ਉਹ ਜੋ ਫ੍ਰੀਕੁਐਂਸੀ ਆ ਉਸ ਨੂੰ ਮਕੈਨੀਕਲ ਵਾਈਬ੍ਰੇਸ਼ਨ ਦੇ ਵਿੱਚ ਕਨਵਰਟ ਕਰ ਦਿੰਦਾ ਆ। ਨੈਕਸਟ ਦਿੱਤਾ ਗਿਆ ਟੂਲ, ਸਭ ਤੋਂ ਨੀਚੇ ਦੀ ਤਰਫ ਹੌਰਨ ਦੇ ਸਭ ਤੋਂ ਬਾਟਮ ਦੀ ਤਰਫ ਲੱਗਾ ਹੋਇਆ ਟੂਲ ਫਿਕਸ ਕੀਤਾ ਜਾਂਦਾ। ਸੋ ਜਿੱਦਾਂ ਦੇ ਟੂਲ ਦੀ ਸ਼ੇਪ ਹੋਊਗੀ ਉੱਦਾਂ ਦੀ ਵਰਕ ਪੀਸ ਦੀ ਸ਼ੇਪ ਬਣ ਜਾਏਗੀ। ਸੋ ਅੱਗੇ ਕੀ ਲੱਗਾ, ਇੱਕ ਆਪਾਂ ਅਬਰੈਸਿਵ ਸਲਰੀ ਲੈਂਦੇ ਹਾਂ ਜੋ ਕਿ ਫਲੋ ਹੁੰਦੀ ਆ ਇੱਕ ਨੋਜ਼ਲ ਦੇ ਦੁਆਰਾ ਟੂਲ ਦੇ ਉੱਪਰ ਸਪਰੇਅ ਕੀਤੀ ਜਾਂਦੀ ਆ। ਵਰਕਿੰਗ ਦੇਖਦੇ ਹਾਂ ਇਸकी। ਸੋ ਜੋ ਤੁਹਾਡੀ ਲਾਈਨ ਡਾਇਗਰਾਮ ਆ ਉਹ ਤੁਹਾਨੂੰ ਤੁਸੀਂ ਪੇਪਰ ਵਿੱਚ ਇਸ ਤਰ੍ਹਾਂ ਦੀ ਡਰਾਅ ਕਰ ਸਕਦੇ ਆ, ਜੋ ਈਜ਼ੀਲੀ ਡਰਾਅ ਵੀ ਹੋ ਸਕਦੀ ਹੈ। Working principle of ultrasonic machining. It consists of electromechanical transducer connected to an AC supply. ਸੋ ਜਿਹੜਾ ਟਰਾਂਸਫਾਰਮਰ ਹੁੰਦਾ ਉਹ ਆਪਣਾ AC ਸਪਲਾਈ ਨਾਲ ਕਨੈਕਟਡ ਹੁੰਦਾ। ਵੈਲੋਸਿਟੀ ਟਰਾਂਸਫਾਰਮਰ ਵਿੱਚ ਹੋਲਡਸ ਦੀ ਟੂਲ ਫਰਮਲੀ। ਵੈਲੋਸਿਟੀ ਟਰਾਂਸਫਾਰਮਰ ਜਿਹੜਾ ਆ ਉਹ ਟੂਲਸ ਨੂੰ ਕੈਰੀ ਕਰਦਾ ਹੈ। An abrasive gun is used to supply an abrasive slurry which is fixture of abrasive grains and the water in between tool workpiece interface under a definite pressure. When AC power is supplied with high frequency, transducers start vibrating longitudinally by magnetic thing which is transmitted to a penetrating tool through a mechanical focusing device called velocity transformer. As the tool vibrates, it is pressed on the work surface with light force and allowing the abrasive slurry to flow through a between tool and workpiece interface. ਸੋ ਇਸ ਦੇ ਵਿੱਚ ਕੀ ਹੁੰਦਾ ਆ ਕਿ ਜਿੱਦਾਂ ਹੀ ਜਦੋਂ ਔਸੀਲੇਸ਼ਨ ਜਿਹੜੀ ਹਾਈ ਫ੍ਰੀਕੁਐਂਸੀ ਆ ਟਰਾਂਸਡਿਊਸਰ ਦੇ ਵਿੱਚ ਪਹੁੰਚਦੀ ਆ, ਇਹ ਕੀ ਕਰਦਾ ਆ ਉਸ ਹਾਈ ਫ੍ਰੀਕੁਐਂਸੀ ਨੂੰ ਮਕੈਨੀਕਲ ਵਾਈਬ੍ਰੇਸ਼ਨ ਦੇ ਵਿੱਚ ਕਨਵਰਟ ਕਰ ਦਿੰਦਾ। ਟੂਲ ਜਿਹੜਾ ਆ ਵਾਈਬਰੇਟ ਕਰਨਾ ਸ਼ੁਰੂ ਕਰਦਾ ਆ ਅਪ ਐਂਡ ਡਾਊਨ। ਸੋ ਇੰਨੀ ਫਾਸਟ ਵਾਈਬਰੇਟ ਕਰਦਾ ਆ ਤਾਂ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਵਾਈਬਰੇਟ ਕਰਦਾ। ਇਸ ਦੇ ਨਾਲ ਹੀ ਇੱਕ ਨੋਜ਼ਲ ਦੇ ਦੁਆਰਾ ਲੱਗੀ ਹੋਈ ਹੈ ਨੋਜ਼ਲ ਦੇ ਦੁਆਰਾ ਅਬਰੈਸਿਵ ਸਲਰੀ, ਇੱਕ ਛੋਟੇ ਪਾਰਟੀਕਲਸ ਹੁੰਦੇ ਆ ਸੈਂਡ ਦੀ ਤਰ੍ਹਾਂ। ਸੋ ਉਸ ਨੂੰ ਅਬਰੈਸਿਵ ਪਾਰਟੀਕਲਸ ਕਹਿੰਦੇ ਆ, ਜੋ ਗ੍ਰਾਈਂਡਰਸ ਆਪਣੇ ਜੋ ਗ੍ਰਾਈਂਡਿੰਗ ਮਸ਼ੀਨਸ ਦੇ ਉੱਪਰ ਜੋ ਕੀਤੀ ਹੁੰਦੀ ਆ ਉਹਦੇ ਗ੍ਰਾਈਂਡਿੰਗ ਵੀਲ ਬਣਿਆ ਹੁੰਦਾ ਉਹ ਵੀ ਅਬਰੈਸਿਵ ਪਾਰਟੀਕਲਸ ਦਾ ਬਣਿਆ ਹੁੰਦਾ। ਸੋ ਉਹ ਇੱਕ ਜਗ੍ਹਾ 'ਤੇ ਫਿਕਸ ਕੀਤੇ ਹੋਏ ਹੁੰਦੇ ਆ, ਮਗਰ ਇਸ ਦੇ ਵਿੱਚ ਕੀ ਹੁੰਦਾ ਇੱਕ ਮਿੱਟੀ ਦੀ ਤਰ੍ਹਾਂ ਇੱਕ ਅਬਰੈਸਿਵ ਪਾਰਟੀਕਲਸ ਹੁੰਦੇ ਆ ਜੋ ਕਿ ਇਸ ਵਰਕਪੀਸ ਦੇ ਉੱਤੇ ਸਪਰੇਅ ਕੀਤੇ ਜਾਂਦੇ ਆ। ਉਸ ਨਾਲ ਕੀ ਹੁੰਦਾ ਹੈ, ਇਹ ਇੱਕ ਸ਼ਾਰਪ ਪਾਰਟੀਕਲਸ ਹੁੰਦੇ ਆ ਜਿਸ ਦੇ ਨਾਲ ਕੀ ਹੁੰਦਾ ਜਿੱਦਾਂ ਹੀ ਜਿਹੜਾ ਟੂਲ ਆ ਵਾਈਬਰੇਟ ਕਰਦਾ ਆ ਉੱਦਾਂ ਹੀ ਕੀ ਹੁੰਦਾ ਆ ਕਿ ਜੋ ਅਬਰੈਸਿਵ ਪਾਰਟੀਕਲਸ ਹੁੰਦੇ ਆ ਉਸ ਮਟੀਰੀਅਲ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਆ। ਇਸ ਦੇ ਨਾਲ ਕੀ ਹੁੰਦਾ ਆ ਕਿ ਜਿੱਦਾਂ ਦੀ ਟੂਲ ਦੀ ਸ਼ੇਪ ਹੁੰਦੀ ਉੱਦਾਂ ਦੀ ਮਟੀਰੀਅਲ ਰਿਮੂਵ ਹੋਣਾ ਸ਼ੁਰੂ ਹੋ ਜਾਂਦਾ ਆ। ਜਿਹੜਾ ਕਿ ਮਟੀਰੀਅਲ ਰਿਮੂਵ ਹੁੰਦਾ ਆ ਉਹ ਗ੍ਰੀਨ ਸਾਈਜ਼ ਦੇ ਵਿੱਚ ਹੁੰਦਾ ਆ, ਠੀਕ ਹੈ, ਗ੍ਰੀਨ ਸਾਈਜ਼ ਦੇ ਵਿੱਚ ਰਿਮੂਵ ਹੋਣਾ ਸ਼ੁਰੂ ਹੁੰਦਾ ਆ। ਸੋ ਇਹ ਤਾਂ ਹੋ ਗਈ ਇਸ ਦੀ ਵਰਕਿੰਗ। The impact force arising out of vibration of the tool and the flow of abrasive slurry causing thousands of microscopic grain to remove from work material by abrasion. So ਇਹਨਾਂ ਨੇ ਇਹੀ ਚੀਜ਼ ਕਹੀ ਹੈ ਕਿ ਜਿਹੜਾ ਮਟੀਰੀਅਲ ਰਿਮੂਵ ਹੁੰਦਾ ਹੈ ਉਹ ਗ੍ਰੀਨ ਸਾਈਜ਼ ਦੇ ਵਿੱਚ ਹੁੰਦਾ ਹੈ। ਉਹਦੇ ਜੋ ਆਪਾਂ ਲੇਥ ਮਸ਼ੀਨ ਦੇ ਉੱਤੇ ਮਟੀਰੀਅਲ ਰਿਮੂਵ ਹੁੰਦਾ ਉਹ ਚਿਪਸ ਦੀ ਫਾਰਮੇਸ਼ਨ ਦੇ ਵਿੱਚ ਹੁੰਦਾ, ਚਿਪਸ ਦੀ ਫਾਰਮ ਵਿੱਚ ਹੁੰਦਾ। ਮਗਰ ਇਸ ਦੀ ਜਿਹੜੀ ਫਾਰਮ ਹੁੰਦੀ ਹੈ ਮਟੀਰੀਅਲ ਰਿਮੂਵ ਕਰਨ ਦੀ ਉਹ ਇੱਕ ਮਾਈਕਰੋਸਕੋਪ ਗ੍ਰੇਨ ਦੇ ਵਿੱਚ ਪਾਰਟੀਕਲਸ ਰਿਮੂਵ ਹੁੰਦੇ ਆ ਵਰਕਪੀਸ ਤੋਂ। ਜਿਹੜਾ ਕਿ ਆਪਾਂ ਅਬਰੈਸਿਵ ਪਾਊਡਰ ਜਾਂ ਅਬਰੈਸਿਵ ਪਾਰਟੀਕਲ ਜਿਹੜੇ ਯੂਜ਼ ਕਰਦੇ ਹਾਂ ਉਹ ਯੂਜ਼ ਕਰਦੇ ਹਾਂ ਐਲੂਮੀਨੀਅਮ ਆਕਸਾਈਡ, ਸਿਲੀਕੋਨ ਕਾਰਬਾਈਡ, ਦੋ ਤਰ੍ਹਾਂ ਦੇ ਯੂਜ਼ ਕੀਤੇ ਜਾਂਦੇ ਆ। ਇਹ ਥੋੜ੍ਹੇ ਲੈਸ ਕੋਸਟਲੀ ਹੁੰਦੇ ਆ। ਜੇਕਰ ਆਪਾਂ ਹੋਰ ਜ਼ਿਆਦਾ ਵਧੀਆ ਇਸ ਤੋਂ ਯੂਜ਼ ਕਰਨਾ ਚਾਹੁੰਦੇ ਹਾਂ ਡਾਇਮੰਡ ਪਾਰਟੀਕਲਸ ਨੂੰ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਉਹ ਬਹੁਤ ਜ਼ਿਆਦਾ ਕੋਸਟਲੀ ਇਸ ਲਈ ਨਹੀਂ ਯੂਜ਼ ਕੀਤੇ ਜਾਂਦੇ। ਜਿਹੜਾ ਆਪਣਾ
ਅਲਟਰਾਸੋਨਿਕ ਮਸ਼ੀਨਿੰਗ ਜੋ ਪ੍ਰੋਸੈਸ ਹੈ ਇਹ ਯੂਜ਼ ਕੀਤਾ ਜਾਂਦਾ ਉੱਥੇ ਜਿਹੜਾ ਕਿ ਜਿੱਥੇ ਕਿ ਬ੍ਰਿਟਲ ਮਟੀਰੀਅਲ ਦੇ ਉੱਤੋਂ ਕਿਸੇ ਵੀ ਬ੍ਰਿਟਲ ਮਟੀਰੀਅਲ ਨੂੰ ਮਸ਼ੀਨਿੰਗ ਕਰਨਾ ਹੋਵੇ, ਕਿਉਂਕਿ ਬ੍ਰਿਟਲ ਮਟੀਰੀਅਲ ਜੇਕਰ ਹੋਰ ਮਸ਼ੀਨਿੰਗ ਪ੍ਰੋਸੈਸ ਦੇ ਦੁਆਰਾ ਮਸ਼ੀਨਿੰਗ ਕਰੀਏ ਤਾਂ ਉਹ ਕੀ ਆ, ਟੁੱਟ ਵੀ ਸਕਦਾ ਹੈ। ਸੋ ਉਸਨੂੰ ਕੇਅਰਫੁਲੀ ਆਪਾਂ ਮਸ਼ੀਨਿੰਗ ਕਰਨ ਦੇ ਲਈ ਅਲਟਰਾਸੋਨਿਕ ਮਸ਼ੀਨਿੰਗ ਦੀ ਹੈਲਪ ਨਾਲ ਉਸਨੂੰ ਮਸ਼ੀਨਿੰਗ ਕਰਦੇ ਹਾਂ। ਦੀ ਟੂਲ ਇਜ਼ ਮੇਡ ਆਫ ਸੋਫਟ ਡਕਟਾਈਲ ਮਟੀਰੀਅਲ ਲਾਈਕ ਕਾਪਰ ਐਂਡ ਬ੍ਰਾਸ। ਜਿਹੜਾ ਟੂਲ ਜਿਹੜਾ ਆ ਉਹ ਬਣਿਆ ਹੁੰਦਾ ਆ ਸੋਫਟ ਡਕਟਾਈਲ ਮਟੀਰੀਅਲ। ਸੋ ਉਸਦਾ ਜੋ ਮਟੀਰੀਅਲ ਹੁੰਦਾ ਆ ਦੋ ਮਟੀਰੀਅਲ ਯੂਜ਼ ਕੀਤੇ ਜਾਂਦੇ, ਇੱਕ ਤਾਂ ਕਾਪਰ ਐਂਡ ਬ੍ਰਾਸ। ਸੋਫਟ ਸਟੀਲ ਵੀ ਯੂਜ਼ ਕੀਤੀ ਜਾਂਦੀ, ਸਟੇਨਲੈਸ ਸਟੀਲ ਵੀ ਯੂਜ਼ ਕੀਤੀ ਜਾਂਦੀ ਹੈ। ਸੋ ਇਹ ਤਾਂ ਹੋ ਗਈ ਤੁਹਾਡੀ ਅਲਟਰਾਸੋਨਿਕ ਮਸ਼ੀਨਿੰਗ ਦੀ ਵਰਕਿੰਗ। ਅੱਜ ਦੀ ਡਾਇਗਰਾਮ ਪੇਪਰ ਦੇ ਵਿੱਚ ਤੁਸੀਂ ਈਜ਼ੀਲੀ ਡਰਾ ਕਰ ਸਕਦੇ ਡਾਇਗਰਾਮ। ਥੈਂਕ ਯੂ।